ਸਾਡੇ ਨਾਂ ਦੇ ਉੱਤੇ ਵੇਚੇ ਜੇ ਸ਼ਰਾਬ ਬਹੁਤ ਚੱਲੂ, ਲਿਖੀ ਸਿਮਰਤ ਰਾਹੇ ਤੇ ਕਿਤਾਬ ਬਹੁਤ ਚੱਲੂ। ਹੈਲੋ ਦੋਸਤੋ, ਮੇਰਾ ਨਾਮ ਪਰਮਜੀਤ ਤੁਹਾਡਾ ਰੀਡ ਟੂਗੇਦਰ ਰੀਡ ਚੈਨਲ ਤੇ ਸਵਾਗਤ ਕਰਦਾ ਹਾਂ। ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਇੱਕ ਐਸੀ ਕਿਤਾਬ ਦੀ ਜੋ ਕਿ ਪੰਜਾਬੀ ਸਿੰਗਰ ਦੀ ਹੱਡਬੀਤੀ ਹੈ। ਕਿਤਾਬ ਦਾ ਨਾਮ ਹੈ ਸਮਾਨ, ਲੇਖਕ ਨੇ ਸਿਮਰਤ ਰਾਹਾ। ਕਿਤਾਬ ਨੂੰ ਪ੍ਰਕਾਸ਼ਿਤ ਕੀਤਾ ਹੈ ਦਾ ਕਿਤਾਬ ਆਰਟ ਨੇ। ਕਿਤਾਬ ਦੇ ਕੁੱਲ ਪੰਨੇ ਨੇ 95 ਪੇਜਾਂ ਦੀ ਕੀਮਤ ਰੱਖੀ ਹੈ 200 ਰੁਪਏ। ਵੈਸੇ ਤਾਂ ਸਿਮਰਤ ਰਾਹਾ ਕੋਈ ਜਾਣ ਪਹਿਚਾਣ ਦਾ ਮੁਹਤਾਜ ਨਹੀਂ, ਪਰ ਫਿਰ ਵੀ ਤੁਹਾਡੀ ਜਾਣਕਾਰੀ ਲਈ ਦੱਸਣਾ ਚਾਹਾਂਗਾ ਕਿ ਉਹ ਇੱਕ ਪੰਜਾਬੀ ਇੰਡਸਟਰੀ ਦਾ ਉੱਭਰਦਾ ਸਿਤਾਰਾ ਹੈ ਤੇ ਨਸ਼ਿਆਂ ਤੇ ਗੀਤ ਗਾ ਕੇ ਲਿਖ ਕੇ ਆਪਣੀ ਪ੍ਰਸਿੱਧੀ ਖੱਟ ਚੁੱਕਿਆ ਹੈ। ਪਰ ਉਹਨਾਂ ਨੂੰ ਅਸਲ ਪ੍ਰਸਿੱਧੀ ਪ੍ਰਾਪਤ ਹੋਈ ਹੈ ਉਹਨਾਂ ਦੀ ਜਿਹੜੀ ਕਲਮ ਨੇ ਰਾਂਝਾ ਗੀਤ ਲਿਖਿਆ, ਜਾਂ ਉਸ ਤੋਂ ਇਲਾਵਾ ਬੁਲਟ ਗੀਤ ਤੇ ਜੋ ਅੱਜ ਨਵਾਂ ਗੀਤ ਚੱਲ ਰਿਹਾ ਹੈ ਸੌਰੀ ਗੀਤ। ਤਾਂ ਇਹਨਾਂ 3-4 ਗੀਤਾਂ ਨੇ ਉਹਨਾਂ ਨੂੰ ਕਲਾਕਾਰਾਂ ਦੀ ਜੋ ਕਤਾਰ ਹੈ ਉਹਦੇ ਵਿੱਚ ਸ਼ਾਮਲ ਕਰਤਾ, ਕਿਉਂਕਿ ਪਹਿਲਾਂ ਉਹਨਾਂ ਨੂੰ ਜਿਹੜੇ ਸਰੋਤੇ ਸੀ ਸਿਰਫ ਉਹਨਾਂ ਨੂੰ ਇਹ ਸਮਝਦੇ ਸੀ ਕਿ ਇਹ ਨਸ਼ੇ ਪੱਤਿਆਂ ਤੇ ਹੀ ਗਾਣੇ ਲਿਖਦਾ ਹੈ। ਪਰ ਜਦੋਂ ਰਾਂਝਾ ਗਾਣਾ ਸੁਣਿਆ ਤਾਂ ਉਹਦੇ ਜਿਹੜੇ ਪ੍ਰਸ਼ੰਸਕ ਨੇ, ਜਿਹੜੇ ਚਾਹਣ ਵਾਲੇ ਨੇ, ਉਹਨਾਂ ਦੀ ਗਿਣਤੀ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ। ਤਾਂ ਆਪਾਂ ਉਹਨਾਂ ਦੀ ਹੀ ਹੱਡਬੀਤੀ, ਉਹਨਾਂ ਦੀ ਹੀ ਲਿਖੀ ਕਿਤਾਬ ਸਮਾਨ ਦਾ ਇੱਕ ਸਮਰੀ ਲੈ ਕੇ ਪੇਸ਼ ਹੋਏ ਹਾਂ। ਹੁਣ ਗੱਲ ਕਰਦੇ ਹਾਂ ਸਮਾਨ ਕਿਤਾਬ ਦੀ। ਤਾਂ ਕਿਤਾਬ ਨੂੰ 11 ਭਾਗਾਂ ਦੇ ਵਿੱਚ ਵੰਡਿਆ ਹੋਇਆ ਹੈ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ 11 ਭਾਗਾਂ ਦੀ ਹੀ ਸੰਖੇਪ ਦੇ ਵਿੱਚ ਜਾਣਕਾਰੀ ਦਿੱਤੀ ਜਾਵੇ, ਤਾਂ ਕਿ ਜੋ ਸਰੋਤੇ ਨੇ ਜਾਂ ਜੋ ਪਾਠਕ ਨੇ ਉਹ ਕਿਤਾਬਾਂ ਨਹੀਂ ਪੜ੍ਹ ਸਕਦੇ ਤਾਂ ਉਹਨਾਂ ਨੂੰ ਇਸ ਵੀਡੀਓ ਰਾਹੀਂ ਇਸ ਕਿਤਾਬ ਦਾ ਜੋ ਮੈਸੇਜ ਹੈ ਉਹ ਮਿਲ ਸਕੇ। ਭਾਗ ਪਹਿਲਾ, ਇਸ ਵਿੱਚ ਬੱਬੂ ਨਾਮ ਦਾ ਨੌਜਵਾਨ ਹੈ ਜੋ ਇੱਕ ਫਲੈਟ ਦੇ ਵਿੱਚ ਹੈ। ਉਹਨੂੰ ਘੁੱਟਣ ਮਹਿਸੂਸ ਕਰਦਾ ਦਿਖਾਇਆ ਗਿਆ ਹੈ। ਨਾ ਉਸ ਨੂੰ ਨੀਂਦ ਆ ਰਹੀ ਹੈ, ਨਾ ਹੀ ਉਸ ਨੂੰ ਚੈਨ। ਉਹ ਬਾਰ-ਬਾਰ ਮੋਬਾਈਲ ਨੂੰ ਓਪਨ ਕਰਦਾ ਹੈ, ਬਾਰ-ਬਾਰ ਸਾਰੀਆਂ ਸੋਸ਼ਲ ਸਾਈਟਾਂ ਤੇ ਜਾਂਦਾ ਹੈ, ਬਟ ਉਹਨੂੰ ਫਿਰ ਵੀ ਸਕੂਨ ਨਹੀਂ ਮਿਲ ਰਿਹਾ। ਫਿਰ ਉਹ ਟੀਵੀ ਲਗਾਉਂਦਾ ਹੈ, ਟੀਵੀ ਤੇ ਨਿਊਜ਼ ਚੈਨਲ ਚੱਲ ਰਹੇ ਹੈ ਤਾਂ ਉੱਥੇ ਵੀ ਉਸ ਨੂੰ ਸਕੂਨ ਨਹੀਂ ਮਿਲਦਾ। ਤਾਂ ਉਹ ਇਦਾਂ ਦੀ ਘੁੱਟਣ ਦੇ ਵਿੱਚ ਹੀ ਸੋਚਦਾ ਹੈ ਕਿ ਕਾਸ਼ ਉਹ ਕਿਤਾਬ ਲਿਖ ਦਿੰਦਾ ਆਪਣੀ ਜ਼ਿੰਦਗੀ ਤੇ, ਜਾਂ ਕਾਸ਼ ਉਸ ਤੇ ਫਿਲਮ ਬਣ ਜਾਂਦੀ ਤਾਂ ਕਿ ਉਹਨਾਂ ਦੇ ਚਾਹਣ ਵਾਲਿਆਂ ਨੂੰ ਜਾਂ ਲੋਕਾਂ ਨੂੰ ਉਸ ਦੀ ਸੱਚਾਈ ਪਤਾ ਲੱਗਦੀ। ਤਾਂ ਐਦਾਂ ਹੀ ਸੋਚਦੇ ਉਸ ਨੂੰ ਇੱਕ ਖਿਆਲ ਆਉਂਦਾ ਹੈ ਕਿ ਕਿਉਂ ਨਾ ਲਾਈਵ ਹੋ ਕੇ ਲੋਕਾਂ ਨੂੰ ਦੱਸਿਆ ਜਾਵੇ। ਤਾਂ ਉਹ ਸੋਸ਼ਲ ਸਾਈਟ ਤੇ ਲਾਈਵ ਹੋ ਜਾਂਦਾ ਹੈ। ਭਾਗ 2, ਬਚਪਨ। ਬੱਬੂ ਦਾ ਜਨਮ 1990 ਦੇ ਵਿੱਚ ਲੁਧਿਆਣੇ ਜ਼ਿਲ੍ਹੇ 'ਚ ਪੈਂਦੇ ਕਸਬੇ ਦਰਾਹਾ ਹੁੰਦਾ ਹੈ। ਘਰ ਦੀ ਗਰੀਬੀ ਉਸ ਨੂੰ ਸਰਕਾਰੀ ਸਕੂਲ 'ਚ ਪੜ੍ਹਾਉਣਾ ਚਾਹੁੰਦੀ ਸੀ, ਪਰ ਮਾਂ ਦੀ ਮਮਤਾ ਉਸ ਨੂੰ ਪ੍ਰਾਈਵੇਟ ਸਕੂਲ 'ਚ ਪੜ੍ਹਾਉਣਾ ਚਾਹੁੰਦੀ ਸੀ ਤੇ ਆਖਿਰ ਮਾਂ ਦੀ ਮਮਤਾ ਦੀ ਜਿੱਤ ਹੁੰਦੀ ਹੈ ਤੇ ਉਸ ਦੀ ਪੜ੍ਹਾਈ ਦੀ ਸ਼ੁਰੂਆਤ ਹੈ ਜੋ ਉਸ ਪ੍ਰਾਈਵੇਟ ਸਕੂਲ ਤੋਂ ਹੁੰਦੀ ਹੈ। ਜਦੋਂ ਬੱਬੂ 6 ਸਾਲ ਦਾ ਹੁੰਦਾ ਹੈ ਉਹਨਾਂ ਦੇ ਘਰ ਇੱਕ ਪਰੀ ਦਾ ਜਨਮ ਹੁੰਦਾ ਹੈ, ਜਾਣੀ ਕਿ ਬੱਬੂ ਦੀ ਛੋਟੀ ਭੈਣ ਦਾ। ਅਕਸਰ ਜਿਵੇਂ ਆਪਾਂ ਘਰਾਂ ਦੇ ਵਿੱਚ ਦੇਖਦੇ ਹਾਂ ਕਿ ਜਦੋਂ ਛੋਟਾ ਬੱਚਾ ਹੁੰਦਾ ਤਾਂ ਸਾਰੇ ਹੀ ਰਿਸ਼ਤੇਦਾਰਾਂ ਦਾ ਜਾਂ ਘਰਦਿਆਂ ਦੇ ਮੈਂਬਰਾਂ ਦਾ ਤਾਂ ਉਹ ਪਿਆਰ ਹੈ ਛੋਟੇ ਬੱਚੇ ਨੂੰ ਮਿਲ ਲੱਗ ਜਾਂਦਾ ਹੈ। ਉਹ ਗੱਲ ਵੱਡੇ ਬੱਚੇ ਦੇ ਮਨ ਵਿੱਚ ਬੈਠਦੀ ਹੈ ਜਿਸ ਦਾ ਜ਼ਿਕਰ ਬੱਬੂ ਵੀ ਕਰਦਾ ਹੈ। ਉਸ ਤੋਂ ਬਾਅਦ ਪੜ੍ਹਾਈ ਤੇ ਘਰ ਟੀਵੀ ਆਉਣਾ। ਟੀਵੀ ਦਾ ਵੀ ਖਾਸ ਜ਼ਿਕਰ ਕੀਤਾ ਹੈ ਕਿਉਂਕਿ ਉਸ ਦੌਰ ਦੇ ਵਿੱਚ ਟੀਵੀ ਆਉਣਾ ਇੱਕ ਬਹੁਤ ਵੱਡੀ ਗੱਲ ਹੁੰਦੀ ਸੀ। ਤੇ ਉਸ ਤੋਂ ਬਾਅਦ ਉਸ ਦੀਆਂ ਸ਼ਰਾਰਤਾਂ ਤੇ +1 ਦੇ ਵਿੱਚ ਪਿਆਰ ਹੋਣਾ। ਫਿਰ ਜਦੋਂ +2 ਦੇ ਵਿੱਚ ਉਸਦੇ ਪਿਤਾ ਦਾ ਐਕਸੀਡੈਂਟ ਹੋ ਜਾਂਦਾ ਹੈ ਤਾਂ ਉਸ ਤੇ ਸਾਰੀ ਜ਼ਿੰਮੇਵਾਰੀ ਪੈ ਜਾਂਦੀ ਹੈ, ਖਾਸ ਤੌਰ ਤੇ ਆਪਦੀ ਜ਼ਿੰਮੇਵਾਰੀ ਪੈ ਜਾਂਦੀ ਹੈ ਕਿ ਆਪ ਪੈਸੇ ਕਮਾਏ ਤੇ ਖਾਏ। ਤਾਂ ਉਸਦੇ ਲਈ ਉਹ ਲੁਧਿਆਣੇ ਸਾਬੇ ਤੇ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਭਾਗ 3, ਕਾਲਜ। ਸਾਬੇ ਤੇ ਕੰਮ ਕਰਦਾ ਹੋਇਆ ਬੱਬੂ ਅਕਸਰ ਸ਼ਹਿਰੀ ਮਾਣ ਦੇ ਗਾਣੇ ਸੁਣਦਾ ਹੈ ਤੇ ਉੱਥੇ ਉਹ ਆਪਣੇ ਦੋਸਤਾਂ ਨੂੰ ਗਾਣੇ ਸੁਣਾਉਂਦਾ ਵੀ ਹੈ ਤੇ ਸ਼ਰਾਬਾਂ ਦਾ ਦੌਰ ਚੱਲਦਾ ਰਹਿੰਦਾ ਹੈ। ਇਹਨਾਂ ਹੀ ਹਾਲਾਤਾਂ ਨੂੰ ਉਹ ਆਪਣੀ ਜ਼ਿੰਦਗੀ ਮੰਨ ਲੈਂਦਾ ਹੈ ਤੇ ਫਿਰ ਜਦੋਂ +2 ਦਾ ਰਿਜ਼ਲਟ ਆਉਂਦਾ ਹੈ ਤਾਂ ਉਹ 83% ਲੈ ਕੇ ਪਾਸ ਹੁੰਦਾ ਹੈ। ਸਾਰੇ ਹੀ ਦੋਸਤ ਉਸਦੇ ਹੈਰਾਨ ਹੁੰਦੇ ਨੇ। ਫਿਰ ਉਸਦੀ ਜ਼ਿੰਦਗੀ ਨੂੰ ਪਲਟਣ ਲਈ, ਬਦਲਣ ਲਈ ਉਸਦਾ ਦੋਸਤ ਸੌਰਵ ਕਸਟਮਰ ਬਣ ਕੇ ਆਉਂਦਾ ਹੈ ਤੇ ਉਹ ਬੱਬੂ ਦੀ ਐਡਮਿਸ਼ਨ ਕਾਲਜ ਦੇ ਵਿੱਚ ਕਰਵਾ ਦਿੰਦਾ ਹੈ ਸਿਰਫ 3000 ਰੁਪਏ ਖਰਚੇ ਦੇ। ਜਦ ਉੱਥੇ ਪਹਿਲਾ ਲੈਕਚਰ ਹੁੰਦਾ ਹੈ, ਪ੍ਰੋਫੈਸਰ ਉਸ ਲੈਕਚਰ ਦੇ ਵਿੱਚ ਪਾਸ਼ ਦੀ ਕਵਿਤਾ ਦਾ ਜ਼ਿਕਰ ਕਰਦਾ ਹੈ, ਜਿਸ ਤੋਂ ਪ੍ਰਭਾਵਿਤ ਹੋ ਕੇ ਬੱਬੂ ਪਾਸ਼ ਪੜ੍ਹਦਾ ਹੈ। ਫਿਰ ਸ਼ਿਵ ਦੀ ਜੀਵਨੀ ਪੜ੍ਹਦਾ ਹੈ ਤਾਂ ਉਹ ਦੋਨਾਂ ਤੋਂ ਹੀ ਪ੍ਰਭਾਵਿਤ ਹੋ ਜਾਂਦਾ ਹੈ ਤੇ ਉਹਨਾਂ ਵਰਗਾ ਹੀ ਬਣਨ ਦੀ ਕੋਸ਼ਿਸ਼ ਕਰਦਾ ਹੈ। ਫਿਰ ਇੱਕ ਦਿਨ ਉਹ ਆਡੀਟੋਰੀਅਮ ਤੇ ਸਾਹਿਰ ਲੁਧਿਆਣਵੀ ਦਾ ਨਾਮ ਪੜ੍ਹਦਾ ਹੈ ਤੇ ਫਿਰ ਉਹ ਉਹਨਾਂ ਦੀ ਕਿਤਾਬ ਪੜ੍ਹਦਾ ਹੈ। ਉਸ ਤੋਂ ਬਾਅਦ ਅੰਮ੍ਰਿਤਾ ਦੀ ਰਸੀਦੀ ਟਿਕਟ ਕਿਤਾਬ ਪੜ੍ਹਦਾ ਹੈ। ਫਿਰ ਬੱਬੂ ਸੋਚਦਾ ਹੈ ਕਿ ਸਾਹਿਰ ਵਰਗੀ ਮੇਰੇ ਕੋਲ ਸ਼ੌਹਰਤ ਅਤੇ ਪੈਸਾ ਹੋਵੇ ਅਤੇ ਅੰਮ੍ਰਿਤਾ ਵਰਗੀ ਪ੍ਰੇਮਿਕਾ ਹੋਵੇ, ਕਿਉਂਕਿ ਉਹ ਜਿਹੜਾ ਅਲੜਪੁਣਾ ਦਿਖਾਇਆ ਹੋਇਆ ਬੱਬੂ ਨੇ ਆਪਣੀ ਇਸ ਕਿਤਾਬ ਦੇ ਵਿੱਚ ਕਿ ਉਹ ਹਰ ਇੱਕ ਜੋ ਵੀ ਕੋਈ ਆਉਂਦਾ ਜਾਂ ਜਿਸ ਦੀ ਵੀ ਉਹ ਕਿਤਾਬ ਪੜ੍ਹਦਾ ਤਾਂ ਉਹਨਾਂ ਤੋਂ ਉਹ ਪ੍ਰਭਾਵਿਤ ਹੁੰਦਾ ਰਹਿੰਦਾ। ਭਾਗ 4, ਯਾਰ ਦੋਸਤ। ਇਸ ਭਾਗ ਦੇ ਵਿੱਚ ਬੱਬੂ ਯੂਥ ਫੈਸਟੀਵਲ ਲਈ ਜੋ ਉਹਨਾਂ ਦੇ ਕਾਲਜ ਵੱਲੋਂ ਭੰਗੜਾ ਟੀਮ ਚੁਣੀ ਜਾਣੀ ਸੀ ਉਸ ਦੇ ਲਈ ਉਹ ਆਡੀਸ਼ਨ ਦੇਣ ਜਾਂਦਾ ਹੈ ਤਾਂ ਉੱਥੇ ਉਹਨੂੰ ਆਪਣੇ ਸ਼ਹਿਰ ਦੀ ਬਦਨਾਮੀ ਦਾ ਪਤਾ ਲੱਗਦਾ ਹੈ। ਤਾਂ ਉਹ ਆਪਣੇ ਸ਼ਹਿਰ ਦੀ ਬਦਨਾਮੀ ਦੀ ਜੋ ਕਾਲਖ ਹੈ
ਉਸ ਨੂੰ ਧੋਣ ਦੇ ਲਈ ਉਹ ਸਖਤ ਮਿਹਨਤ ਕਰਦਾ ਹੈ ਤੇ ਟੀਮ ਦੇ ਵਿੱਚ ਚੁਣਿਆ ਜਾਂਦਾ ਹੈ। ਉਹਨਾਂ ਦੀ ਟੀਮ ਜਿੱਤ ਹਾਸਲ ਕਰਦੀ ਹੈ ਤੇ ਜਿਹੜੇ ਉਹਦੇ ਦੋਸਤ ਨਹੀਂ ਸੀ ਜਾਂ ਟੀਮ ਦੇ ਮੈਂਬਰ ਸੀ ਪਹਿਲਾਂ ਉਸ ਨੂੰ ਨਹੀਂ ਬੁਲਾਉਂਦੇ ਸੀ, ਪਰ ਜਿੱਤਣ ਤੋਂ ਬਾਅਦ ਤੇ ਬੱਬੂ ਦੀ ਬੋਲੀਆਂ ਤੋਂ ਬਾਅਦ, ਕਿਉਂਕਿ ਬੱਬੂ ਨੇ ਬੋਲੀਆਂ ਪਾ ਕੇ ਮੇਲਾ ਲੁੱਟ ਲਿਆ ਸੀ, ਤਾਂ ਉਹਦੇ ਉਹ ਯਾਰ ਦੋਸਤ ਬਣ ਜਾਂਦੇ ਨੇ। ਭਾਗ 5 ਨਸ਼ੇ ਤੇ ਲੱਗਣਾ। ਬੱਬੂ ਸੋਚਦਾ ਹੈ ਕਿ ਕਿਉਂ ਨਾ ਆਪਣੇ ਲਿਖੇ ਗੀਤ ਦੋਸਤਾਂ ਨੂੰ ਸੁਣਾਏ ਜਾਣ, ਕਾਲਜ ਦੇ ਦੋਸਤਾਂ ਨੂੰ। ਤਾਂ ਉਹ ਆਪਣੇ ਦੋਸਤਾਂ ਨੂੰ ਗਾਣੇ ਸੁਣਾਉਣ ਲੱਗ ਜਾਂਦਾ ਹੈ ਤੇ ਸੁਣਨ ਵਾਲੇ 10-15 ਹੁੰਦੇ ਨੇ। ਤੇ ਜਦੋਂ ਬੱਬੂ ਮਾਂ ਜਾਂ ਕੋਈ ਹੋਰ ਸੱਭਿਆਚਾਰ ਗੀਤ ਸੁਣਾਉਂਦਾ ਹੈ ਤਾਂ ਉਹਨਾਂ ਦੇ ਵਿੱਚੋਂ 5 ਹੀ ਰਹਿ ਜਾਂਦੇ ਨੇ, ਉਹ ਸਾਰੇ ਹੀ ਉੱਠ ਕੇ ਤੁਰ ਜਾਂਦੇ ਨੇ। ਫਿਰ ਉਸ ਨੂੰ ਇੱਕ ਦੋਸਤ ਦੱਸਦਾ ਹੈ ਕਿ ਤੂੰ ਇਦਾਂ ਦੇ ਗਾਣੇ ਗਾ ਜੋ ਇਹਨਾਂ ਦੇ ਮਨ ਦੇ ਵਿੱਚ ਲੱਗਣ ਜਾਂ ਇਹਨਾਂ ਦੀ ਗੱਲ ਕਹਿਣ। ਤੂੰ ਕੋਈ ਨਸ਼ਿਆਂ ਤੇ ਗਾਣਾ ਸੁਣਾ, ਕੋਈ ਜਵਾਨੀ ਤੇ ਗਾਣਾ ਸੁਣਾ। ਤਾਂ ਬੱਬੂ ਨਸ਼ਿਆਂ ਤੇ ਗਾਣੇ ਲਿਖਦਾ ਤੇ ਨਸ਼ਿਆਂ ਤੇ ਗਾਣੇ ਸੁਣਾਉਂਦਾ, ਤਾਂ ਉਹਦੇ ਜਿਹੜੇ ਦੋਸਤ ਨੇ ਵਾਹ-ਵਾਹ ਕਰਦੇ ਨੇ। ਫਿਰ ਬੱਬੂ ਗੀਤਕਾਰੀ ਨੂੰ ਇੰਨਾ ਸੀਰੀਅਸ ਲੈ ਜਾਂਦਾ ਹੈ ਕਿ ਜਿਹੜੇ ਨਸ਼ੇ ਤੇ ਉਹ ਗਾਣਾ ਲਿਖਣਾ ਹੁੰਦਾ ਹੈ ਤਾਂ ਪਹਿਲਾਂ ਉਸ ਨਸ਼ੇ ਨੂੰ ਉਹ ਕਰਕੇ ਵੇਖਦਾ। ਫਿਰ ਉਹ ਐਸੇ ਤਰ੍ਹਾਂ ਹੀ ਸੁਲਫੇ ਤੇ ਫੀਮ ਤੇ ਜਾਂ ਕੂਲ ਲਿਪ ਤੇ ਜਾਂ ਜਿੰਨੇ ਵੀ ਹੋਰ ਨਸ਼ੇ ਨੇ ਉਹਨਾਂ ਸਾਰਿਆਂ ਤੇ ਹੀ ਗਾਣੇ ਲਿਖਦਾ, ਜੋ ਅੱਜ ਵੀ YouTube ਤੇ ਉਹਨਾਂ ਦੇ ਉਹ ਗਾਣੇ ਪਏ ਨੇ। ਤੇ ਖਾਸ ਕਰਕੇ ਜੋ ਕੂਲ ਲਿਪ ਗਾਣਾ, ਉਸ ਗਾਣੇ ਤੋਂ ਹੀ ਉਹਨੂੰ ਬਹੁਤ ਜ਼ਿਆਦਾ ਪ੍ਰਸਿੱਧੀ ਮਿਲੀ ਸੀ। ਫਿਰ ਇਹਨਾਂ ਦੌਰਾਨ ਹੀ ਉਹ ਲੜਾਈਆਂ ਦੇ ਵਿੱਚ ਪੈਂਦਾ ਤੇ ਪ੍ਰਧਾਨਗੀ ਦੇ ਚੱਕਰ ਵਿੱਚ ਵੀ ਪੈਂਦਾ, ਜੋ ਕਿ ਉਹਦਾ ਦੋਸਤ ਇੰਦਾ ਉਸਦੀ ਹੈਲਪ ਕਰਦਾ। ਭਾਗ 6 ਖੁਸ਼ੀ ਆਉਣਾ। ਤਾਂ ਜਦੋਂ ਇੰਦਾ ਫੜਿਆ ਜਾਂਦਾ ਹੈ ਤਾਂ ਬੱਬੂ ਘਰ ਚਲਾ ਜਾਂਦਾ ਹੈ ਤੇ ਉਸ ਤੋਂ ਬਾਅਦ ਉਹ ਕੁਝ ਟਾਈਮ ਬਾਅਦ ਫਿਰ ਕਾਲਜ ਦੇ ਵਿੱਚ ਜਾਂਦਾ ਤੇ ਆਪਣੇ ਕੋਚ ਦੀ ਮਿਹਨਤਾਂ ਕਰਦਾ ਕਿ ਮੈਨੂੰ ਭੰਗੜੇ ਦੀ ਟੀਮ ਦੇ ਵਿੱਚ ਦੁਬਾਰੇ ਲੈ ਲੈ। ਤਾਂ ਉਹਨੂੰ ਭੰਗੜੇ ਦੀ ਟੀਮ ਦੇ ਵਿੱਚ ਦੁਬਾਰਾ ਲੈ ਲੈਂਦਾ ਕੋਚ, ਤੇ ਉੱਥੇ ਉਹ ਇੱਕ ਕੁੜੀ ਨੂੰ ਦੇਖਦਾ ਜਿਸ ਦਾ ਨਾਮ ਹੁੰਦਾ ਹੈ ਖੁਸ਼ੀ। ਫਿਰ ਉਸ ਦਾ ਜੋ ਦੋਸਤ ਹੈ ਟਾਈਗਰ, ਉਹ ਉਸ ਦੀ ਮਦਦ ਕਰਦਾ ਹੈ ਤੇ ਖੁਸ਼ੀ ਨਾਲ ਉਸ ਦੀ ਗੱਲਬਾਤ ਹੋ ਜਾਂਦੀ ਹੈ। ਤਾਂ ਗੱਲ ਵਿਆਹ ਤੱਕ ਪਹੁੰਚਦੀ ਹੈ ਤੇ ਜਦੋਂ ਕੁੜੀ ਦਾ ਬਾਪ ਉਸ ਦਾ ਰਿਸ਼ਤਾ ਲੈ ਕੇ ਉਸ ਨੂੰ ਦੇਖਣ ਲਈ ਉਹਨਾਂ ਦੇ ਪਿੰਡ ਆ ਰਿਹਾ ਹੁੰਦਾ ਹੈ ਤਾਂ ਪਿੰਡ ਦਾ ਹੀ ਇੱਕ ਮੁੰਡਾ ਜਾਂ ਬੰਦਾ ਉਸ ਦੀ ਭਾਨੀ ਮਾਰਦਾ ਹੈ ਕਿ ਇਹ ਤਾਂ ਇੱਕ ਸਮਗਲਰ ਦਾ ਪੁੱਤ ਹੈ, ਕਿਉਂਕਿ ਬੱਬੂ ਦਾ ਜੋ ਪਿਤਾ ਹੈ ਉਹ ਭੁੱਕੀ ਜਾਂ ਸ਼ਰਾਬਾਂ ਵੇਚਦਾ। ਤਾਂ ਉਸ ਕਰਕੇ ਉਹ ਰਿਸ਼ਤਾ ਟੁੱਟ ਜਾਂਦਾ ਹੈ। ਭਾਗ 7 ਬਾਗੀ ਹੋ ਜਾਣਾ। ਸੁਧਰਿਆ ਹੋਇਆ ਬੱਬੂ ਦੁਬਾਰਾ ਫਿਰ ਨਸ਼ੇ ਤੇ ਲੱਗਣ ਲਈ ਦੋਸਤ ਇੰਦੇ ਕੋਲ ਚਲੇ ਜਾਂਦਾ ਹੈ, ਜੋ ਕਿ MLA ਸੋਹੀ ਦੀ ਛਤਰ ਛਾਇਆ ਹੇਠ ਰਹਿੰਦਾ ਹੈ। ਤੇ ਉੱਥੇ ਉਹ ਨਸ਼ਾ ਕਰਦੇ ਵੀ ਨੇ ਤੇ ਫੁੱਲ ਵੇਚਦੇ ਵੀ ਨੇ। ਤਾਂ ਦੂਰ ਦੂਰ ਤੱਕ ਉਹ ਨਸ਼ਾ ਵੇਚਣ ਜਾਂਦੇ ਨੇ। ਤੇ ਇਸ ਭਾਗ ਦੇ ਵਿੱਚ ਨਸ਼ੇੜੀਆਂ ਦੇ ਕਿੱਸੇ ਵੀ ਤੁਹਾਨੂੰ ਹਸਾਉਣ ਲਈ ਜਾਂ ਇੱਕ ਕਲੋਲਾ ਮਜਬੂਰ ਕਰ ਦਿੰਦੇ ਨੇ। ਤਾਂ ਉਸ ਤੋਂ ਇਲਾਵਾ ਸੋਹੀ MLA ਉਹ ਆਪਣੇ ਨਸ਼ੇ ਵੇਚਣ ਦੀ ਪ੍ਰਕਿਰਿਆ ਨੂੰ ਦੱਸਦਾ ਕਿ ਉਹ ਨਸ਼ੇ ਕਿਉਂ ਵੇਚਦਾ ਤੇ ਕਿਉਂ ਉਹ ਵੇਚਣੋਂ ਨਹੀਂ ਹਟ ਸਕਦਾ। ਤੇ ਜਿਹੜਾ ਸਾਰਾ ਸਿਸਟਮ ਹੈ ਉਹ ਨਸ਼ੇ ਦਾ ਦੱਸਦਾ ਕਿ ਸਰਕਾਰਾਂ ਬਕਿਆਉਂਦੀਆਂ ਨੇ ਜਾਂ ਪੋਲੀਟੀਕਲ ਜਿਹੜੇ ਲੋਕ ਨੇ ਉਹ ਵੇਚਦੇ ਨੇ, ਜਾਂ ਆਪਣਾ ਹੁਣ ਸਿਸਟਮ ਹੀ ਇਦਾਂ ਦਾ ਬਣ ਚੁੱਕਿਆ ਹੈ। ਤਾਂ ਇਸ ਤੋਂ ਇਲਾਵਾ ਜਦੋਂ ਬੱਬੂ ਉੱਥੇ ਗਾਣਾ ਸੁਣਾਉਂਦਾ ਹੈ, ਕੂਲ ਲਿਪ ਗਾਣਾ ਸੁਣਾਉਂਦਾ ਹੈ, ਤਾਂ ਉਹਨਾਂ ਦੇ ਵਿੱਚੋਂ ਇੱਕ ਦੋਸਤ ਉਸ ਨੂੰ ਰਿਕਾਰਡ ਕਰਕੇ YouTube ਤੇ ਪਾ ਦਿੰਦਾ ਹੈ ਤੇ ਉਹ ਗਾਣੇ ਦੇ ਬਹੁਤ ਜ਼ਿਆਦਾ ਵਿਊ ਹੋ ਜਾਂਦੇ ਨੇ ਤੇ ਬੱਬੂ ਨੂੰ ਲਗਾਤਾਰ ਮੈਸੇਜ ਆਉਣੇ ਸ਼ੁਰੂ ਹੋ ਜਾਂਦੇ ਨੇ। ਭਾਗ 8 ਗਾਇਕੀ। ਤਾਂ ਇਹਨਾਂ ਵਿਊਜ਼ ਦੇ ਕਾਰਨ, ਇਹਨਾਂ ਪ੍ਰਸਿੱਧੀ ਦੇ ਕਾਰਨ ਇੱਕ ਕੰਪਨੀ ਉਹਨਾਂ ਨਾਲ ਕੰਟਰੈਕਟ ਕਰਦੀ ਹੈ। ਤਾਂ ਬੱਬੂ 2 ਕੈਸਟਾਂ ਰਿਲੀਜ਼ ਕਰਦਾ ਹੈ। ਉਸ ਦੇ ਵਿੱਚ ਜ਼ਿਆਦਾਤਰ ਜੋ ਗਾਣੇ ਹੁੰਦੇ ਨੇ ਉਹ ਨਸ਼ਿਆਂ ਦੇ ਹੁੰਦੇ ਨੇ ਜਾਂ ਹਥਿਆਰਾਂ ਤੇ ਹੁੰਦੇ ਨੇ। ਫਿਰ ਬੱਬੂ ਨੂੰ ਇੱਕ ਦਿਨ ਖਬਰ ਦੇਖਦਾ ਕਿ ਜਿੱਥੇ 2 ਨੌਜਵਾਨ ਨਸ਼ਾ ਦੀ ਓਵਰਡੋਜ਼ ਕਾਰਨ ਮਰ ਜਾਂਦੇ ਨੇ। ਤਾਂ ਬੱਬੂ ਨੂੰ ਉੱਥੇ ਇਹ ਲੱਗਦਾ ਹੈ ਕਿ ਮੈਂ ਹੀ ਉਹਨਾਂ ਦਾ ਕਾਤਲ ਹਾਂ, ਮੇਰੇ ਹੀ ਗਾਣਿਆਂ ਕਰਕੇ ਉਹਨਾਂ ਨੂੰ ਇਹ ਸਜ਼ਾ ਮਿਲੀ ਹੈ। ਤਾਂ ਉਹਦੇ ਕਰਕੇ ਬੱਬੂ ਲਗਾਤਾਰ ਸੋਚਦਾ ਰਹਿੰਦਾ ਹੈ ਤੇ ਡਿਪਰੈਸ਼ਨ ਦੇ ਵਿੱਚ ਚਲਾ ਜਾਂਦਾ ਹੈ। ਭਾਗ 9 ਸੁਧਾਰ। ਬੱਬੂ ਸਾਰੀਆਂ ਚੀਜ਼ਾਂ ਦਾ ਮੁਲਾਂਕਣ ਕਰਦਾ ਹੈ। ਕਦੇ ਉਸ ਨੂੰ ਆਪਣਾ ਬਾਪ ਗਲਤ ਲੱਗਦਾ ਹੈ ਕਿਉਂਕਿ ਉਹ ਤਸਕਰ ਸੀ, ਨਸ਼ੇ ਵੇਚਦਾ ਸੀ। ਕਦੇ ਉਸ ਨੂੰ ਦੋਸਤ ਇੰਦਾ ਗਲਤ ਲੱਗਦਾ ਹੈ, ਕਦੇ ਉਸ ਨੂੰ MLA ਗਲਤ ਲੱਗਦਾ ਹੈ, ਕਦੇ ਉਸ ਨੂੰ ਸਿਸਟਮ ਗਲਤ ਲੱਗਦਾ ਹੈ। ਤਾਂ ਐਸੇ ਹੀ ਹਾਲਾਤਾਂ ਦੇ ਵਿੱਚ ਉਹ ਇੱਕ YouTube ਤੇ ਵੀਡੀਓ ਦੇਖਦਾ ਹੈ ਜਿਸ ਦੇ ਵਿੱਚ ਇੱਕ ਕੁੜੀ ਪਾਸ਼ ਅਤੇ ਸ਼ਿਵ ਦੀ ਕਵਿਤਾਵਾਂ ਪੜ੍ਹ ਰਹੀ ਹੁੰਦੀ ਹੈ। ਤਾਂ ਉਸ ਦੀ ਜੋ ਆਵਾਜ਼ ਦੇ ਵਿੱਚ ਪੋਜ਼ਿਟਿਵਿਟੀ ਹੁੰਦੀ ਹੈ ਤਾਂ ਉਸ ਤੋਂ ਬੱਬੂ ਫਿਰ ਪ੍ਰਭਾਵਿਤ ਹੋ ਜਾਂਦਾ ਹੈ। ਉਸ ਦਾ ਦੋਸਤ ਟਾਈਗਰ ਫਿਰ ਯਾਰੀ ਪਗਾਉਂਦਾ ਹੈ ਤੇ ਉਸ ਕੁੜੀ ਨੂੰ ਅਗਲੇ ਦਿਨ ਬੱਬੂ ਦੇ ਕੋਲ ਹਾਜ਼ਰ ਕਰ ਦਿੰਦਾ ਹੈ। ਉਸ ਕੁੜੀ ਦਾ ਆਉਣ ਦਾ ਕਾਰਨ ਇਹ ਹੁੰਦਾ ਹੈ ਕਿ ਉਹ ਸਾਈਕੋਲੋਜੀਕਲ ਟੀਚਰ ਹੁੰਦੀ ਹੈ ਤੇ ਉਸ ਨੂੰ ਇਹ ਲੱਗਦਾ ਹੈ ਕਿ ਮੈਂ ਇਸ ਦੇ ਡਿਪਰੈਸ਼ਨ ਨੂੰ ਦੂਰ ਕਰ ਸਕਦੀ ਹਾਂ, ਕਿ ਭਾਵ ਉਹ ਇਲਾਜ ਕਰਨ ਆਉਂਦੀ ਹੈ ਬੱਬੂ ਦਾ। ਭਾਗ 10 ਪ੍ਰੀਤ ਨਾਲ ਪਿਆਰ। ਪ੍ਰੀਤ ਬੱਬੂ ਨੂੰ ਸਵਾਲ ਪੁੱਛਦੀ ਹੈ ਕਿ ਤੁਸੀਂ ਪਹਿਲੀ ਵਾਰ ਨਸ਼ੇ ਤੇ ਕਿਵੇਂ ਤੇ ਕਿਉਂ ਲੱਗੇ। ਤਾਂ ਬੱਬੂ ਜਵਾਬ ਦਿੰਦਾ ਹੈ ਕਿ ਮੈਂ ਸਾਹਿਰ, ਪਾਸ਼ ਅਤੇ ਸ਼ਿਵ ਵਰਗਾ ਬਣਨ ਦੀ ਕੋਸ਼ਿਸ਼ ਕੀਤੀ। ਜਿਵੇਂ ਉਹ ਨਸ਼ਾ ਕਰਕੇ ਇੰਨਾ ਸੋਹਣਾ ਲਿਖਦੇ ਸੀ ਤਾਂ ਮੇਰੇ ਮਨ 'ਚ ਵੀ ਇਹੀ ਗੱਲ ਬੈਠ ਗਈ ਕਿ ਜੇ ਮੈਂ ਨਸ਼ਾ ਕਰਾਂਗਾ ਫਿਰ ਹੀ ਇੰਨਾ ਸੋਹਣਾ ਲਿਖ ਪਾਵਾਂਗਾ। ਤਾਂ ਪ੍ਰੀਤ ਜਵਾਬ ਦਿੰਦੀ ਹੈ ਕਿ ਆਪਾਂ ਅਕਸਰ ਕੰਡਿਆਂ ਵੱਲ ਵੇਖਦੇ ਹਾਂ,
ਫੁੱਲਾਂ ਵੱਲ ਨਹੀਂ ਦੇਖਦੇ। ਤਾਂ ਹੀ ਤਾਂ ਤੁਸੀਂ ਨੇ ਉਹਨਾਂ ਦੀ ਕਲਾ ਨਹੀਂ ਵੇਖੀ, ਸਿਰਫ ਨਸ਼ਿਆਂ ਵਾਲੀ ਗੱਲ ਹੀ ਦੇਖੀ। ਤੇ ਅਕਸਰ ਹੀ ਆਪਣੇ ਦੇ ਵਿੱਚ ਇੱਕ ਹੀਰੋ ਹੁੰਦਾ ਤੇ ਇੱਕ ਵਿਲਨ ਹੁੰਦਾ। ਜਦੋਂ ਆਪਾਂ ਕਿਸੇ ਦਾ ਵਿਲਨ ਦੇਖਦੇ ਹਾਂ, ਜਾਣੀ ਕਿ ਕਿਸੇ ਦੀ ਮਾੜੀ ਗੱਲ ਦੇਖਦੇ ਹਾਂ, ਤਾਂ ਆਪਣਾ ਵੀ ਵਿਲਨ ਮਜ਼ਬੂਤ ਹੁੰਦਾ ਤੇ ਜਦੋਂ ਆਪਾਂ ਕਿਸੇ ਦਾ ਹੀਰੋ ਦੇਖਦੇ ਹਾਂ ਤਾਂ ਆਪਣਾ ਹੀਰੋ ਵੀ ਮਜ਼ਬੂਤ ਹੁੰਦਾ। ਤਾਂ ਇਹਨਾਂ ਤਰਕਾਂ ਨਾਲ ਬੱਬੂ ਪ੍ਰਭਾਵਿਤ ਹੋ ਜਾਂਦਾ ਹੈ। ਤੇ ਉਸ ਤੋਂ ਇਲਾਵਾ ਪ੍ਰੀਤ ਕਈ ਗਾਣਿਆਂ ਤੇ ਵੀ ਤਰਕ ਕਰਦੀ ਹੈ ਕਿ ਗਾਣੇ ਇੱਕ ਕਰੈਕਟਰ ਹੁੰਦੇ ਨੇ। ਜਿਵੇਂ ਉਹ ਇੱਕ ਗਾਣੇ ਦਾ ਜ਼ਿਕਰ ਕਰਦੀ ਹੈ ਕਿ ਮੁੱਕ ਗਈ ਫੀਮ ਡੱਬੀ ਦੇ ਵਿੱਚ ਯਾਰੋ, ਤਾਂ ਇਸ ਦੇ ਵਿੱਚ ਇੱਕ ਫਨੀ ਕਰੈਕਟਰ ਹੈ। ਇਹ ਨਹੀਂ ਕਿ ਆਪਾਂ ਨੂੰ ਨਸ਼ੇ ਕਰਨੇ ਚਾਹੀਦੇ ਉਹ ਗਾਣਾ ਸੁਣ ਕੇ। ਗਾਣੇ ਤੇ ਗੱਲਾਂ ਇੱਕੋ ਜਿਹੇ ਹੁੰਦੇ ਨੇ। ਜੇ ਕੋਈ ਗੱਲ ਕਰੇ ਕਿ ਮੈਂ ਅੱਡੇ ਤੇ ਖੜਿਆ ਸੀ ਤੇ ਉੱਥੇ ਉਹ ਬੰਦਾ ਨਸ਼ੇ ਕਰ ਰਿਹਾ ਸੀ, ਤਾਂ ਉਹ ਗੱਲ ਸੁਣ ਕੇ ਕਦੇ ਨਸ਼ੇ ਤੇ ਨਹੀਂ ਲੱਗਦੇ। ਪਰ ਜੇ ਉਹੀ ਚੀਜ਼ ਨੂੰ ਗਾਣੇ ਦੇ ਵਿੱਚ ਗਾਇਆ ਜਾਵੇ ਤਾਂ ਫਿਰ ਆਪਾਂ ਨਸ਼ਾ ਕਿਉਂ ਕਰਦੇ ਹਾਂ। ਇਸ ਤੋਂ ਇਲਾਵਾ ਪੰਜਾਬੀ ਭਾਸ਼ਾ ਤੇ ਵੀ ਉਹ ਚਰਚਾ ਕਰਦੇ ਨੇ। ਤਾਂ ਪ੍ਰੀਤ ਉਹਨਾਂ ਨੂੰ ਕਹਿੰਦੀ ਹੈ ਕਿ ਜੋ ਗਾਣੇ ਨੇ ਜਾਂ ਕੋਈ ਵੀ ਕਿਤਾਬ ਹੈ ਤਾਂ ਉਹ ਲੋਕਾਂ ਦੀ ਭਾਸ਼ਾ ਦੇ ਵਿੱਚ ਹੋਣੀ ਚਾਹੀਦੀ ਹੈ, ਕਿਉਂਕਿ ਆਪਾਂ ਲੋਕਾਂ ਲਈ ਹੀ ਲਿਖਦੇ ਹਾਂ। ਆਪਾਂ ਨੂੰ ਬਿਨਾਂ ਗੱਲ ਤੋਂ ਗ੍ਰਾਮਰ ਨਹੀਂ ਪੜ੍ਹਨੀ ਚਾਹੀਦੀ। ਤਾਂ ਹੀ ਜੋ ਇਹ ਕਿਤਾਬ ਵੀ ਹੈ ਤਾਂ ਇਹ ਲੋਕਾਂ ਦੀ ਭਾਸ਼ਾ ਦੇ ਵਿੱਚ ਹੀ ਹੈ। ਇਹ ਸਾਹਿਤ ਦੇ ਜੋ ਉਹਨਾਂ ਦੇ ਨਿਯਮ ਬਣਾਏ ਹੋਏ ਨੇ ਉਹਨਾਂ ਤੇ ਸ਼ਾਇਦ ਇਹ ਕਿਤਾਬ ਖਰੀ ਨਾ ਉਤਰੇ। ਤਾਂ ਇਹਨਾਂ ਸਾਰੀਆਂ ਹੀ ਦਲੀਲਾਂ ਦੇ ਨਾਲ ਬੱਬੂ ਪ੍ਰਭਾਵਿਤ ਹੋ ਜਾਂਦਾ ਹੈ ਤੇ ਫਿਰ ਤੋਂ ਨਸ਼ੇ ਛੱਡ ਕੇ ਕਿਤਾਬਾਂ ਪੜ੍ਹਨ ਲੱਗ ਜਾਂਦਾ ਹੈ ਤੇ ਗਾਣੇ ਲਿਖਣ ਲੱਗ ਜਾਂਦਾ ਹੈ। ਤੇ ਉਸ ਤੋਂ ਬਾਅਦ ਬੱਬੂ ਪ੍ਰਪੋਜ਼ ਕਰਦਾ ਪ੍ਰੀਤ ਨੂੰ। ਤਾਂ ਪ੍ਰੀਤ ਉਸ ਨੂੰ ਕਹਿੰਦੀ ਹੈ ਕਿ ਮੈਂ ਆਪਣੀ ਇਸ ਸਾਰੀ ਗੱਲਬਾਤ ਆਪਣੇ ਮਾਤਾ ਪਿਤਾ ਦੇ ਸਿਰ ਤੇ ਛੱਡਾਂਗੀ, ਕਿਉਂਕਿ ਇਹ ਰਾਈਟ ਹੈ ਉਹਨਾਂ ਨੂੰ ਹੈ ਕਿ ਉਹ ਮੇਰੇ ਲਈ ਹਸਬੈਂਡ ਚੁਣ। ਭਾਗ 11 ਹੈਪੀ ਐਂਡਿੰਗ। ਪ੍ਰੀਤ ਦੇ ਵਾਂਗ ਹੀ ਪ੍ਰੀਤ ਦਾ ਡੈਡੀ ਵੀ ਹੈ ਅਤੇ ਸੀ ਦੇ ਵਿੱਚ ਫਰਕ ਸਮਝਦਾ ਹੈ, ਉਸ ਦੀ ਅਹਿਮੀਅਤ ਸਮਝਦਾ ਹੈ। ਭਾਵ ਉਹ ਸਮਝਦਾ ਹੈ ਕਿ ਬੱਬੂ ਪਹਿਲਾਂ ਨਸ਼ੇ ਕਰਦਾ ਸੀ, ਨਸ਼ੇ ਵੇਚਦਾ ਸੀ, ਹੁਣ ਉਹ ਸੁਧਰ ਗਿਆ ਹੈ ਤਾਂ ਅਸੀਂ ਨੇ ਸੀ ਨਾਲ ਰਿਸ਼ਤਾ ਨਹੀਂ ਕਰਨਾ, ਅਸੀਂ ਨੇ ਹੈ ਨਾਲ ਰਿਸ਼ਤਾ ਕਰਨਾ। ਭਾਵ ਹੁਣ ਬੱਬੂ ਸੁਧਰ ਗਿਆ ਹੈ ਤਾਂ ਉਸ ਨੂੰ ਰਿਸ਼ਤਾ ਮਨਜ਼ੂਰ ਹੁੰਦਾ ਹੈ। ਫਿਰ ਬੱਬੂ ਦੱਸਦਾ ਹੈ ਕਿ ਉਸ ਨੂੰ ਇੱਕ ਕੰਪਨੀ ਵੱਲੋਂ ਫੋਨ ਆਉਂਦਾ ਹੈ ਤੇ ਕੰਪਨੀ ਕਹਿੰਦੀ ਹੈ ਵੀ ਤੁਹਾਡੇ ਤੇ ਫਿਲਮ ਬਣਾਉਣੀ ਹੈ। ਤਾਂ ਬੱਬੂ 20 ਕਰੋੜ ਰੁਪਏ ਦੀ ਮੰਗ ਕਰਦਾ ਹੈ। ਤਾਂ ਲਾਸਟ ਦੇ ਵਿੱਚ ਬੱਬੂ ਨੂੰ ਫਿਰ ਜਿੱਤਦਾ ਦਿਖਾਇਆ ਗਿਆ ਕਿਤਾਬ ਦੇ ਵਿੱਚ। ਤਾਂ ਦੋਸਤੋ ਇਹ ਸੀ ਬੱਬੂ ਦੀ ਕਹਾਣੀ, ਜਾਣੀ ਕਿ ਸਿਮਰ ਦੁਰਾਹਾ ਦੀ ਕਹਾਣੀ। ਤਾਂ ਇਹ ਜੋ ਕਿਤਾਬ ਹੈ ਇਸ ਦਾ ਮੈਂ 70% ਤੁਹਾਨੂੰ ਦੱਸ ਚੁੱਕਿਆ, ਪਰ ਫਿਰ ਵੀ ਜੋ ਕੁਝ ਪਾਠਕ ਨੇ ਤਾਂ ਉਹਨਾਂ ਨੂੰ ਇਹ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ, ਕਿਉਂਕਿ ਇਹਦੇ ਵਿੱਚ ਬਹੁਤ ਚੀਜ਼ਾਂ ਤੁਹਾਨੂੰ ਸਿੱਖਣ ਨੂੰ ਮਿਲਣਗੀਆਂ। ਇੱਕ ਚੀਜ਼ ਹੈ ਤੁਸੀਂ ਕਿਸੇ ਤੋਂ ਸੁਣ ਰਹੇ ਹੋ, ਇੱਕ ਚੀਜ਼ ਹੁੰਦੀ ਹੈ ਕਿ ਤੁਸੀਂ ਉਹ ਕਿਤਾਬ ਨੂੰ ਪੜ੍ਹ ਰਹੇ ਹੋ। ਤਾਂ ਦੋਨਾਂ ਦੀ ਜਿਹੜੀ ਫੀਲਿੰਗ ਹੈ ਜਾਂ ਦੋਨਾਂ ਦੇ ਵਿੱਚ ਜੋ ਸਿੱਖਣਾ ਹੁੰਦਾ ਹੈ ਤਾਂ ਉਹਦਾ ਵਿੱਚ ਬਹੁਤ ਵੱਡਾ ਗੈਪ ਹੁੰਦਾ ਹੈ। ਤੁਸੀਂ ਜਦੋਂ ਇਹ ਕਿਤਾਬ ਨੂੰ ਪੜ੍ਹੋਗੇ ਤਾਂ ਤੁਸੀਂ ਉਸ ਕਰੈਕਟਰ ਨੂੰ, ਉਸ ਗੱਲਾਂ ਨੂੰ ਤੁਸੀਂ ਆਪ ਫੀਲ ਕਰੋਗੇ ਤੇ ਆਪ ਉਸ ਚੀਜ਼ ਤੋਂ ਸਿੱਖੋਗੇ। ਬਾਕੀ ਇਸ ਕਿਤਾਬ ਦਾ ਕੰਪੇਅਰ ਹੈ ਪੰਜਾਬੀ ਦੀਆਂ 2 ਕਿਤਾਬਾਂ ਜੋ ਪਹਿਲਾਂ ਪ੍ਰਕਾਸ਼ਿਤ ਹੋ ਚੁੱਕੀਆਂ ਨੇ ਤੇ ਪਾਠਕਾਂ ਵੱਲੋਂ ਬਹੁਤ ਭਰਮਾ ਹੁੰਗਾਰਾ ਮਿਲਿਆ, ਉਹਨਾਂ ਨਾਲ ਹੋਣਾ ਇਸ ਕਿਤਾਬ ਦਾ ਲਾਜ਼ਮੀ ਹੈ। ਉਹ ਕਿਤਾਬਾਂ ਨੇ ਡਾਕੂਆਂ ਦਾ ਮੁੰਡਾ ਤੇ ਸ਼ਰਾਰਤੀ ਤੱਤ। ਉਹਨਾਂ ਕਿਤਾਬਾਂ ਦੀ ਸਮੀਖਿਆ ਵੀ ਮੈਂ ਪਹਿਲਾਂ ਇਸ ਚੈਨਲ ਤੇ ਕਰ ਚੁੱਕਿਆ ਤੇ ਤੁਸੀਂ ਉਸ ਰਿਵਿਊ ਨੂੰ ਦੇਖ ਸਕਦੇ ਹੋ। ਡਾਕੂਆਂ ਦਾ ਮੁੰਡਾ ਇੱਕ ਫਿਲਮ ਵੀ ਬਣ ਚੁੱਕੀ ਹੈ ਤੇ ਜਿਹੜੀ ਦੂਜੀ ਕਿਤਾਬ ਹੈ ਸ਼ਰਾਰਤੀ ਤੱਤ, ਉਸ ਤੇ ਹੁਣ ਡਾਕੂਆਂ ਦਾ ਮੁੰਡਾ 2 ਬਣਨ ਜਾ ਰਹੀ ਹੈ। ਤੇ ਮੈਨੂੰ ਲੱਗਦਾ ਹੈ ਕਿ ਡਾਕੂਆਂ ਦਾ ਮੁੰਡਾ 3 ਵੀ ਇਸ ਕਹਾਣੀ ਤੇ ਬਣ ਸਕਦੀ ਹੈ। ਜੇ ਮੈਂ ਇਸ ਕਿਤਾਬ ਦੇ ਇੰਪੈਕਟ ਦੀ ਗੱਲ ਕਰਾਂ 3 ਕਿਤਾਬਾਂ ਚੋਂ, ਤਾਂ ਮੈਨੂੰ ਲੱਗਦਾ ਹੈ ਕਿ ਯੂਥ ਨੂੰ ਸਮਝਾਉਣ ਦੇ ਵਿੱਚ ਇਹ ਕਿਤਾਬ ਜ਼ਿਆਦਾ ਕਾਮਯਾਬ ਰਹੇਗੀ। ਬੇਸ਼ੱਕ ਜੋ ਡਾਕੂਆਂ ਦਾ ਮੁੰਡਾ ਕਿਤਾਬ ਆਈ ਸੀ ਮਿੰਟੂ ਗੁਰਸਰੀਆ ਦੀ, ਉਸਨੇ ਬਹੁਤ ਵੱਡੀ ਕਾਮਯਾਬੀ ਹਾਸਲ ਕੀਤੀ ਸੀ, ਬਹੁਤ ਥਾਂ ਤੇ ਸੈਮੀਨਾਰ ਵੀ ਕੀਤੇ ਨੇ। ਪਰ ਮੈਨੂੰ ਇਹਨਾਂ 3 ਕਿਤਾਬਾਂ ਦੇ ਵਿੱਚ ਜੇ ਚੂਜ਼ ਕਰਨੀ ਹੋਵੇ ਕਿ ਕਿਹੜੇ ਨਵੇਂ ਪਾਠਕਾਂ ਨੂੰ ਪੈਦਾ ਕਰੇਗੀ ਤੇ ਕਿਹੜੇ ਨਸ਼ੇ ਦੇ ਕੋੜ ਨੂੰ ਛੱਡਣ ਲਈ ਪ੍ਰੇਰਿਤ ਕਰੇਗੀ, ਤਾਂ ਉਹ ਜਿਹੜੀ ਕਿਤਾਬ ਹੈ ਉਹ ਹੈਗੀ ਹੈ ਸਿਮਰ ਦੁਰਾਹਾ ਦੀ ਸਮਾਨ ਕਿਤਾਬ। ਕਿਉਂਕਿ ਇਸ ਕਿਤਾਬ ਦੇ ਵਿੱਚ ਜੋ ਤਰਕ ਤੇ ਦਲੀਲਾਂ ਦਿੱਤੀਆਂ ਗਈਆਂ ਨੇ ਤੇ ਇੱਕ ਲੇਖਕ ਨੇ ਜੋ ਇੱਕ ਅਲੜਪੁਣਾ ਹੁੰਦਾ ਹੈ ਉਹਦੇ ਵਿੱਚ ਵੀ ਉਸਨੇ ਕੁਝ ਨਹੀਂ ਛੁਪਾਇਆ, ਬਿਲਕੁਲ ਸਪਾਟ ਸੱਚ ਦੱਸਿਆ। ਜਿਵੇਂ ਉਸ ਦਾ ਪਾਸ਼ ਤੋਂ ਪ੍ਰਭਾਵਿਤ ਹੋ ਜਾਣਾ, ਸ਼ਿਵ ਤੋਂ ਪ੍ਰਭਾਵਿਤ ਹੋ ਜਾਣਾ, ਫਿਰ ਅੰਮ੍ਰਿਤਾ ਤੋਂ ਜਾਂ ਸਾਹਿਲ ਤੋਂ ਪ੍ਰਭਾਵਿਤ ਹੋ ਜਾਣਾ, ਤਾਂ ਜਿਹੜਾ ਵੀ ਬੰਦਾ ਉਹਦੀ ਜ਼ਿੰਦਗੀ ਦੇ ਵਿੱਚ ਉਹਨੂੰ ਚੰਗਾ ਲੱਗਿਆ ਉਹ ਉਸੇ ਤੋਂ ਪ੍ਰਭਾਵਿਤ ਹੋਇਆ ਤੇ ਉਹਨੇ ਸਾਰਾ ਕੁਝ ਹੀ ਹੂਬਹੂ ਇਹਦੇ ਵਿੱਚ ਦੱਸਿਆ। ਤਾਂ ਇਸ ਦੇ ਵਿੱਚ ਕਿਤਾਬਾਂ ਦਾ ਵੀ ਬਹੁਤ ਸੋਹਣਾ ਜ਼ਿਕਰ ਕੀਤਾ ਗਿਆ ਜੋ ਕਿ ਬਾਕੀਆਂ ਕਿਤਾਬਾਂ ਦੇ ਵਿੱਚ ਘੱਟ ਕੀਤਾ ਗਿਆ। ਜਿਵੇਂ ਸ਼ਰਾਰਤੀ ਤੱਤ ਦੀ ਗੱਲ ਕਰਾਂ ਜਾਂ ਡਾਕੂਆਂ ਦਾ ਮੁੰਡਾ ਦੀ ਗੱਲ ਕਰਾਂ ਤਾਂ ਇਹਦੇ ਵਿੱਚ ਰਾਈਟਰਾਂ ਦੇ ਵੱਡਿਆਂ ਵੱਡਿਆਂ ਦੇ ਨਾਮ, ਜਿਨ੍ਹਾਂ ਨੂੰ ਜਿਹੜੀ ਇਹ ਨਵੀਂ ਪੀੜ੍ਹੀ ਹੈ ਜਿਵੇਂ 14-15 ਸਾਲ ਦੇ ਨੌਜਵਾਨ ਨੇ, ਤਾਂ ਜਦੋਂ ਉਹ ਇਹ ਕਿਤਾਬ ਪੜ੍ਹਨਗੇ ਤਾਂ ਇਹ ਸ਼ਾਇਰਾਂ ਦਾ ਪਾਸ਼ ਦਾ ਨਾਮ ਸੁਣਨਗੇ, ਫਿਰ ਉਹਨਾਂ ਨੂੰ ਵੀ ਤਾਂਘ ਹੋਊਗੀ ਵੀ ਅਸੀਂ ਵੀ ਉਹ ਕਿਤਾਬਾਂ ਪੜ੍ਹੀਏ। ਤਾਂ ਇਹ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਮੈਨੂੰ ਇਹ ਕਿਤਾਬ ਵੱਡੀ ਲੱਗਦੀ ਹੈ। ਬੇਸ਼ੱਕ ਇਹ ਕਿਤਾਬ ਹੈ ਜੋ ਸਾਹਿਤ ਦੇ
ਜੋ ਨਿਯਮ ਬਣਾਏ ਹੋਏ ਨੇ ਉਹਨਾਂ ਤੇ ਖਰੀ ਨਹੀਂ ਉਤਰਦੀ। ਕਿਉਂਕਿ ਮੈਨੂੰ ਇਹ ਲੱਗਦਾ ਕਿ ਇਹ ਜੋ ਕਿਤਾਬ ਲਿਖੀ ਹੋਈ ਹੈ ਇਹ ਬੋਲੀ ਦੇ ਵਿੱਚ ਲਿਖੀ ਗਈ ਹੈ, ਭਾਸ਼ਾ ਦੇ ਵਿੱਚ ਨਹੀਂ। ਜਿਵੇਂ ਆਪਾਂ ਆਮ ਬੋਲਚਾਲ ਦੀ ਬੋਲੀ ਹੁੰਦੀ ਹੈ, ਆਪਾਂ ਆਮ ਗੱਲਾਂ ਕਰਦੇ ਹਾਂ, ਤੁਹਾਨੂੰ ਉਦਾਂ ਹੀ ਲੱਗੇਗਾ ਕਿ ਕੋਈ ਲਾਈਵ ਹੋ ਕੇ ਕੋਈ ਆਪਣੇ ਕਿੱਸਾ ਸੁਣਾ ਰਿਹਾ, ਕੋਈ ਆਪਣੀਆਂ ਗੱਲਾਂ ਦੱਸ ਰਿਹਾ। ਤਾਂ ਦੋਸਤੋ ਇਸ ਵੀਡੀਓ ਦੇ ਵਿੱਚ ਇੰਨਾ ਹੀ। ਤੁਸੀਂ ਦੱਸਣਾ ਕਿ ਇਹ ਤੁਹਾਨੂੰ ਵੀਡੀਓ ਕਿਵੇਂ ਲੱਗੀ। ਬਾਕੀ ਇਹ ਵੀ ਸੁਜੈਸਟ ਕਰਨਾ ਕਿ ਕਿਸ ਕਿਤਾਬ ਦਾ ਤੁਸੀਂ ਸਮਰੀ ਚਾਹੁੰਦੇ ਹੋ ਤੇ ਕਿਸ ਕਿਤਾਬ ਦਾ ਤੁਸੀਂ ਰਿਵਿਊ ਚਾਹੁੰਦੇ ਹੋ। ਤਾਂ ਮਿਲਦੇ ਹਾਂ ਜਲਦ ਹੀ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਕਿਤਾਬ ਦੇ ਰਿਵਿਊ ਦੇ ਨਾਲ। ਮੈਨੂੰ ਦਿਓ ਇਜਾਜ਼ਤ। ਤੇ ਅਗਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ। ਤੇ ਇਸ ਚੈਨਲ ਤੇ ਪੰਜਾਬੀ, ਹਿੰਦੀ, ਇੰਗਲਿਸ਼ 3 ਭਾਸ਼ਾਵਾਂ ਦਾ ਰਿਵਿਊ ਕੀਤਾ ਜਾਂਦਾ ਹੈ। ਤਾਂ ਮਿਲਦੇ ਹਾਂ ਜਲਦ ਹੀ। ਜ਼ਿੰਦਗੀ ਜ਼ਿੰਦਾਬਾਦ।